तो इस वेले दी सब तो वड्डी खबर यह है कि फौजा सिंह सरारी ने अस्तीफा देता है गुरजोत ते यह अपने आप ही अहम इस करके है क्योंकि सरकार दा एक साल हजे मुकम्मल होना है और एक दूजे कैबिनेट मंत्री ने जेडे कैबिनेट तो बाहर होंदे हुए नजर आ रहे ने फौजा सिंह सरारी। बिल्कुल इस वेले दी अहम खबर है क्योंकि लगातार चर्चावां बहुत सीगियां पर जिक्र शुरुआत दे विच ही करांगे गगन की जीरो टॉलरेंस कह रही है सरकार कि ਅਸੀਂ ਕਿਸੇ ਵੀ किस्म ਦੇ ਨਾਲ ਬਰਦਾਸ਼ਤ नहीं करांगे। ਤਾਂ फौजा सिंह सरारी ने बेशक निजी कारणों का हवाला दिता हुए उन्हों का कहना है कि निजी कारणों करके वो अस्तीफा दे रहे हैं पर यह भी जानकारी है कि मंजूर हो चुका है यह अस्तीफा मंजूर हो चुका है। तो शुरुआत दे विच एक साल पूरा होना जिवें तुसीं भी जिक्र किया कि एक साल अजे पूरा होना है और दूजे मंत्री ने जिन्होंने अस्तीफा दे दिता तो बहुत अहम है एकदम अचनचेत खबर आती है पर इत्थे इंपॉर्टेंट यह भी है कि इस तो बाद कि आखिरकार की इस तो बाद किस तरीके की परिस्थिति क्योंकि पंकज सपाही इस तो पहला जानकारी दे रहे थे कि सब तो पहला इस सांझी की दर्शकों के नाल। बिल्कुल बिल्कुल पंकज दे कोल चलते हैं। पंकज दूजे मंत्री एक साल दे विच पहला विजय सिंगला ते हुण फौजा सिंह सरारी इल्जाम तकरीबन एको जिहे ने भ्रष्टाचार दे इल्जाम विजय सिंगला ते लगे सीगे उस वेले मुख्यमंत्री सामने आए सीगे और जेकर ਅਸੀਂ ਸਤੰਬਰ ਮਹੀਨੇ ਦੀ ਗੱਲ ਕਰੀਏ ਜਦੋਂ ਆਡੀਓ ਕਲਿੱਪ ਵਾਇਰਲ ਹੁੰਦਾ ਹੈ ਉਸ ਤੋਂ ਬਾਅਦ ਪਾਰਟੀ ਨੋਟਿਸ ਜਾਰੀ ਕਰਦੀ ਹੈ ਫੌਜਾ ਸਿੰਘ ਸਰਾਰੀ ਨੂੰ। ਅੱਜ ਜਿਹੜੇ ਅਸਤੀਫੇ ਦਾ ਐਲਾਨ ਹੋ ਰਿਹਾ ਹੈ ਜਿਹੜਾ ਫੌਜਾ ਸਿੰਘ ਸਰਾਰੀ ਐਲਾਨ ਕਰ ਰਹੇ ਨੇ ਨਿੱਜੀ ਕਾਰਨਾਂ ਕਰਕੇ ਇਸ ਸਭ ਦੇ ਵਿਚਾਲੇ ਇੱਕ ਪੇਚ ਇਹ ਵੀ ਹੈਗਾ ਕਿ ਪਾਰਟੀ ਨੇ ਵੀ ਨੋਟਿਸ ਜਾਰੀ ਕੀਤਾ ਸੀਗਾ। ਕੀ ਕੁਝ ਸਾਹਮਣੇ ਆ ਰਿਹਾ ਹੁਣ ਤੱਕ ਸੂਤਰਾਂ ਦੇ ਵੱਲ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਸ ਨੂੰ ਕਿਸ ਤਰੀਕੇ ਅਸੀਂ ਸਮਝੀਏ ਪੰਕਜ। देखो 12 ਵਜੇ ਹੀ ਨਿਊਜ਼ 18 ਨੇ ਸਭ ਤੋਂ ਪਹਿਲਾਂ ਟੌਪ ਸੋਰਸਿਸ ਤੋਂ ਜਾਣਕਾਰੀ ਦਿੱਤੀ ਸੀਗੀ। ਇਸਤੀਫਾ ਨਿਊਜ਼ 18 ਦੇ ਕੋਲ ਵੀ ਹੈ ਔਰ ਇਸਤੀਫਾ ਜਿਹੜਾ ਉਹ ਮਨਜ਼ੂਰ ਕਰ ਲਿੱਤਾ ਗਿਆ ਹੈ ਫੌਜਾ ਸਿੰਘ ਸਰਾਰੀ ਦਾ। ਉਸ ਇਸਤੀਫੇ ਦੇ ਵਿੱਚ ਫੌਜਾ ਸਿੰਘ ਹੋਰਾਂ ਨੇ ਇਹ ਕਿਹਾ ਹੈ ਕਿ ਮੈਂ ਨਿੱਜੀ ਕਾਰਨਾਂ ਦੀ ਵਜ੍ਹਾ ਕਰਕੇ ਇਸਤੀਫਾ ਦੇ ਰਿਹਾ। ਫੌਜਾ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਪਾਰਟੀ ਦੇ ਨਾਲ ਹਮੇਸ਼ਾ ਖੜਾ ਰਵਾਂਗਾ। ਡਾਕਟਰ ਵਿਜੇ ਸਿੰਗਲਾ ਵੀ ਇਸੇ ਤਰੀਕੇ ਦੇ ਨਾਲ ਅੱਜ ਵੀ ਪਾਰਟੀ ਦੇ ਨਾਲ ਖੜੇ ਹੁੰਦੇ ਹੋਏ ਨਜ਼ਰ ਆਉਂਦੇ ਆ। ਲੇਕਿਨ ਪਾਰਟੀ ਦੇ ਅੰਦਰ ਇਹ ਜ਼ਰੂਰ ਗੱਲ ਚੱਲਦੀ ਹੈ ਕਿ ਕਿਉਂਕਿ ਪਾਰਟੀ ਨੇ ਸਮਾਂ ਵੀ ਲਿਆ ਆਮ ਆਦਮੀ ਪਾਰਟੀ ਵੱਲੋਂ ਸਮਾਂ ਲਿੱਤਾ ਗਿਆ ਕਿਉਂਕਿ ਇੱਕ ਆਡੀਓ ਦਾ ਜ਼ਿਕਰ ਹੁੰਦਾ ਹੈ ਆਡੀਓ ਦੇ ਵਿੱਚ ਚਰਚਾ ਹੁੰਦੀ ਹੈ ਉਸ ਬਾਬਤ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਫੌਜਾ ਸਿੰਘ ਨੂੰ ਮੁੱਖ ਮੰਤਰੀ ਨੇ ਉਸ ਬਾਬਤ ਕਿਹਾ ਸੀਗਾ। ਲੇਕਿਨ ਇਸ ਪੂਰੇ ਇਸ ਘਟਨਾਕ੍ਰਮ ਦੇ ਵਿਚਾਲੇ ਅਚਾਨਕ ਫੌਜਾ ਸਿੰਘ ਦਾ ਅਸਤੀਫਾ ਆ ਜਾਣਾ ਮੁੱਖ ਮੰਤਰੀ ਨੂੰ ਔਰ ਨਿਊਜ਼ 18 ਦੇ ਟੌਪ ਸੋਰਸਿਸ ਸਿਰਫ ਇੱਥੇ ਹੀ ਨਹੀਂ ਇਸ ਤੋਂ ਬਾਅਦ ਇੱਕ ਹੋਰ ਜਾਣਕਾਰੀ ਦੇ ਰਹੇ ਨੇ ਕਿ ਅੱਜ ਸ਼ਾਮ 4 ਵਜੇ ਕੈਬਨਿਟ ਦੇ ਵਿੱਚ ਇੱਕ ਨਵੇਂ ਚਿਹਰੇ ਦੀ ਐਂਟਰੀ ਹੋਏਗੀ। ਉਹ ਨਾਂ ਵੀ ਨਿਊਜ਼ 18 ਦੇ ਕੋਲ ਹੈ ਥੋੜੀ ਦੇਰ ਤੱਕ ਜਨਤਕ ਕਰਾਂਗੇ ਕਿ ਕਿਹੜਾ ਨਾਮ ਹੈ ਜਿਸ ਦੀ ਲੋਟਰੀ ਜਿਹੜੀ ਉਹ ਨਿਕਲਣ ਵਾਲੀ ਹੈ ਨਵਾਂ ਮੰਤਰੀ ਪੰਜਾਬ ਸਰਕਾਰ ਦੇ ਵਿੱਚ ਆਏਗਾ। ਲੇਕਿਨ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਅਗਰ ਤੁਸੀਂ 9-10 ਮਹੀਨਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਸੁਣੋ ਉਹ ਲਗਾਤਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਚਾਹੇ ਕੋਈ ਆਪਣਾ ਹੋਵੇ ਚਾਹੇ ਕੋਈ ਸਾਬਕਾ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਕੇਸ ਖੁੱਲਿਆ ਜਾਏਗਾ ਇਨਕੁਆਇਰੀ ਹੋਏਗੀ ਜਾਂਚ ਹੋਏਗੀ ਅਗਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਫਿਰ ਐਕਸ਼ਨ ਵੀ ਹੋਏਗਾ। ਤੁਹਾਨੂੰ ਯਾਦ ਹੋਏਗਾ ਡਾਕਟਰ ਵਿਜੇ ਸਿੰਗਲਾ ਦਾ ਵਿਜੇ ਸਿੰਗਲਾ ਬਾਰੇ ਜਦੋਂ ਜਾਣਕਾਰੀ ਮਿਲੀ ਉਹ ਕਿ ਇਸ ਤਰੀਕੇ ਨਾਲ 1% ਕਮਿਸ਼ਨ ਜਿਹੜੀ ਹੈ ਉਹ ਲੈਣ ਦੇ ਗੱਲ ਸਾਹਮਣੇ ਆ ਰਹੀ ਹੈ ਤਾਂ ਉਹ ਖੁਦ ਮੁੱਖ ਮੰਤਰੀ ਨੇ ਇਸ ਦੀ ਜਿਹੜੀ ਇਨਕੁਆਇਰੀ ਅੰਡਰਗਰਾਉਂਡ ਕਰਵਾਈ ਔਰ ਉਸ ਤੋਂ ਬਾਅਦ ਖੁਦ ਅਸਤੀਫਾ ਜਿਹੜਾ ਵਾ ਉਹ ਲਿੱਤਾ ਗਿਆ ਡਾਕਟਰ ਵਿਜੇ ਸਿੰਗਲਾ ਤੋਂ। ਤਾਂ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਹੈ तमाम विधायकों मंत्रियों ਨੂੰ कि अगर दूसरी पार्टी के विधायकों ते एक्शन ਹੁੰਦਾ है तो मौजूदा पार्टी च भी अगर कोई इस तरीके का कोई इल्जाम लगता है या कोई तथ्य सामने आता है तो फिर बिल्कुल पंकज यही सवाल पंकज इसे दी सवाल सीगा पंकज ਜਿਹੜਾ ਸਿਨੈਰੀਓ ਹੈਗਾ ਜਿਸ ਦੇ ਵਿੱਚ ਮੁੱਖ ਮੰਤਰੀ ਖੁਦ ਇਹ ਕਹਿੰਦੇ ਨੇ ਕਿ ਅਸੀਂ ਤਾਂ ਐਕਸ਼ਨ ਲਵਾਂਗੇ ਕਿਉਂਕਿ ਉਹਨਾਂ ਨੇ ਲੁਧਿਆਣਾ ਦੇ ਵਿੱਚ ਬੀਤੇ ਦਿਨੀ ਜਿਹੜੀ ਗੱਲ ਕਹੀ ਹੈ ਜਿਹੜੀ ਪੀਏਯੂ ਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ ਅਸੀਂ ਤਾਂ ਦੇਖੋ ਆਪਣੇ ਐਕਸ਼ਨ ਲਵਾਂਗੇ ਅਦਾਲਤ ਭਾਵੇਂ ਬਾਅਦ ਵਿੱਚ ਬਰੀ ਕਰ ਦੇਵੇ ਪਰ ਸਾਨੂੰ ਸ਼ਿਕਾਇਤ ਮਿਲੀ ਤਾਂ ਅਸੀਂ ਐਕਸ਼ਨ ਲਵਾਂਗੇ। ਉਹ ਐਕਸ਼ਨ ਕਿਤੇ ਨਾ ਕਿਤੇ ਇਸ इस्तीफे या विजय सिंगला के इस्तीफे वो सारा एक्शन क्लीयर कट नजर आ रहा है कि जीरो टॉलरेंस है साडी करप्शन दे लई। पंकज इस दे विच एक एड ऑन भी करांगे क्योंकि कोई अजिही स्टेज नहीं है जिथे भी मुख्यमंत्री जान नियुक्ति पत्र वंडे जाते हैं जिथों जिक्र ना करन कि असी बर्दाश्त नहीं करांगे। पिछले दिनों की एक बाइट भी असी सुना रहे सी जिस दे विच उन्हां दा कहना सी कि भावें पुलिस परले पिंड आई होवे और जिन्हों पाड़ा खांदा है वो अपना पहला ही छाल मार जांदा है इस तरीके दी उदाहरणा भी दिंदे ने। पंकज देखो मुख मंत्री दो बयान हर जगह के उत्ते दिंदे ने कि एक तो नौकरियां जिहड़ियां ने वो पारदर्शी तरीके नाल दित्तियां जा रही हैं कोई सिफारिश नहीं कोई ताए चाचे भूआ फुफड़ दा मुंडा नहीं नौकरी दे विच लगाया जा रहा और दूसरा भी कहा जा रहा है
ਕਿ ਅਸੀਂ ਵਿਰੋਧੀਆਂ ਦੇ ਉੱਤੇ ਤਾਂ ਕਾਰਵਾਈ ਕਰ ਰਹੇ ਹਾਂ ਜਿਹੜੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ। ਤਾਂ ਇੱਕ ਲੰਬੀ ਫਹਿਰਿਸਤ ਹੈ, ਤਕਰੀਬਨ 9-10 ਸਾਬਕਾ ਮੰਤਰੀ ਨੇ ਜਿਨ੍ਹਾਂ ਦੀ ਜਾਂਚ ਵਿਜੀਲੈਂਸ ਕਰ ਰਹੀ ਹੈ, ਕੁਝ ਕਈ ਜੇਲ੍ਹ 'ਚ ਵੀ ਨੇ ਇਸ ਵੇਲੇ। ਸੁੰਦਰ ਸ਼ਾਮ ਅਰੋੜਾ ਦਾ ਜ਼ਿਕਰ ਕੀਤਾ ਜਾਵੇ, 50 ਲੱਖ ਰੁਪਏ ਜਿਹੜੇ ਹੈ ਉਹ ਸਿੱਧੇ ਤੌਰ ਤੇ ਵਿਜੀਲੈਂਸ ਦੇ ਅਫਸਰ ਨੂੰ ਦਿੰਦੇ ਹੋਏ ਗ੍ਰਿਫਤਾਰ ਹੋਏ ਨੇ। ਉਹਨਾਂ ਤੇ ਇੱਕ ਹੋਰ ਕੇਸ ਖੁੱਲ੍ਹ ਗਿਆ ਕਿ ਜਦੋਂ ਇੰਡਸਟਰੀ ਮਿਨਿਸਟਰ ਸੀਗੇ ਕਿਸ ਤਰੀਕੇ ਦੇ ਨਾਲ ਇੱਕ ਪ੍ਰਾਈਵੇਟ ਕੰਪਨੀ ਨੂੰ ਫਾਇਦਾ ਪਹੁੰਚਾਇਆ, ਉਸ ਦੇ ਨਾਲ ਕੁਝ ਅਫਸਰਾਂ ਦੇ ਉੱਤੇ ਵੀ ਗਾਜ ਡਿੱਗੀ ਹੈ। ਉਸ ਤੋਂ ਪਹਿਲਾਂ ਸੰਗਤ ਸਿੰਘ ਗਿੱਲ ਜੀਆਂ ਕੋ ਜੰਗਲਾਤ ਮਹਿਕਮਾ ਸੀ, ਉਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਉਹਨਾਂ ਕੋ ਜੰਗਲਾਤ ਮਹਿਕਮਾ ਸੀ। ਇਹ ਇੱਕ ਲੰਬੀ ਫਹਿਰਿਸਤ ਹੈ ਜਿਨ੍ਹਾਂ ਦੇ ਉੱਤੇ ਵਿਜੀਲੈਂਸ ਜਾਂਚ ਕਰ ਰਹੀ ਹੈ। ਔਰ ਇਸ ਦੇ ਨਾਲ 10 ਮਹੀਨੇ ਦੀ ਸਰਕਾਰ ਦੇ ਵਿੱਚ 2 ਮੌਜੂਦਾ ਮੰਤਰੀਆਂ ਦੇ ਉੱਤੇ ਵੀ ਇਲਜ਼ਾਮ ਲੱਗੇ। ਇੱਕ ਦੇ ਤਾਂ ਇਲਜ਼ਾਮ ਲੱਗੇ, ਦੂਸਰੇ ਦੀ ਜਾਣਕਾਰੀ ਨਹੀਂ ਸੀ। ਡਾਕਟਰ ਵਿਜੇ ਸਿੰਗਲਾ ਦੀ ਜਾਣਕਾਰੀ ਨਹੀਂ ਸੀ ਕਿ ਸਿਹਤ ਮੰਤਰੀ ਦਿੰਦੇ 1% ਕਮਿਸ਼ਨ ਲਿੱਤੀ ਜਾ ਰਹੀ ਹੈ। ਤਾਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਜ਼ਰੂਰ ਹੈ ਕਿ ਅਗਰ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ ਤਾਂ ਫਿਰ ਜ਼ੀਰੋ ਟੋਲਰੈਂਸ ਕਰਪਸ਼ਨ ਨੂੰ ਲੈ ਕੇ ਰਹੇਗੀ। ਅਗਰ ਉਹ ਭਾਵੇਂ ਆਪਣਾ ਵੀ ਹੋਵੇ, ਕਰੀਬੀ ਵੀ ਹੋਵੇ, ਉਸ ਦੇ ਉੱਤੇ ਵੀ ਜਿਹੜਾ ਉਹ ਐਕਸ਼ਨ ਲਿੱਤਾ ਜਾਏਗਾ। ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਸਮਾਂ ਲੱਗਿਆ। ਤੁਸੀਂ ਦੇਖਿਆ ਹੋਣਾ ਵਿਰੋਧੀਆਂ ਨੇ ਬਹੁਤ ਸਾਰੇ ਸਵਾਲ ਚੁੱਕੇ, ਪ੍ਰਤਾਪ ਸਿੰਘ ਬਾਜਵਾ ਸਵਾਲ ਚੁੱਕਦੇ ਨਜ਼ਰ ਆਉਂਦੇ ਸੀਗੇ, ਲੇਕਿਨ ਮੁੱਖ ਮੰਤਰੀ ਨੇ ਇਹ ਕਿਹਾ ਸੀਗਾ ਕਿ ਜਾਂਚ ਚੱਲ ਰਹੀ ਹੈ, ਨੋਟਿਸ ਭੇਜਿਆ ਹੋਇਆ ਵਾ। ਔਰ ਅੱਜ ਜਿਹੜਾ ਅਸਤੀਫਾ ਦੇ ਦਿੱਤਾ ਗਿਆ, ਇਸ ਦੀ ਉਮੀਦ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਹੋਏਗੀ। ਮਾਮਲਾ ਠੰਡਾ ਪੈ ਗਿਆ ਸੀਗਾ ਔਰ ਇਹ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਸ ਤਰੀਕੇ ਨਾਲ ਫੌਜਾ ਸਿੰਘ ਅਸਤੀਫਾ ਦੇ ਦੇਣਗੇ, ਲੇਕਿਨ ਫੌਜਾ ਸਿੰਘ ਨੇ ਖੁਦ ਅੱਗੇ ਆ ਕੇ ਅਸਤੀਫਾ ਦਿੱਤਾ ਵਾ। ਔਰ ਅਸਤੀਫੇ ਦੇ ਵਿੱਚ ਹਾਲਾਂਕਿ ਨਿੱਜੀ ਕਾਰਨਾਂ ਦਾ ਹਵਾਲਾ ਜ਼ਰੂਰ ਦਿੱਤਾ ਵਾ, ਲੇਕਿਨ ਇੱਕ ਗੱਲ ਸਾਫ਼ ਹੈ ਕਿ ਕਰਪਸ਼ਨ ਨੂੰ ਲੈ ਕੇ ਜੇਕਰ ਕਿਸੇ ਦੇ ਉੱਤੇ ਵੀ ਇਲਜ਼ਾਮ ਲੱਗਦੇ ਨੇ ਤਾਂ ਫਿਰ ਇਨਕੁਆਇਰੀ ਅੰਦਰ ਖਾਤੇ ਵੀ ਚੱਲਦੀ ਹੈ ਔਰ ਉਸ ਦਾ ਨਤੀਜਾ ਜਿਹੜਾ ਉਹ ਸਾਹਮਣੇ ਨਜ਼ਰ ਵੀ ਆਉਂਦਾ ਵਾ। ਗੌਰਵ ਬਿਲਕੁਲ ਪੰਕਜ, ਟੌਪ ਸੋਰਸਿਸ ਤੋਂ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਫੌਜਾ ਸਿੰਘ ਸਰਾਰੀ ਅਸਤੀਫਾ ਦੇ ਚੁੱਕੇ ਨੇ। ਹਾਲ ਹੀ ਦੀ ਕੀ ਅਪਡੇਟ ਹੈ ਤੁਹਾਡੇ ਕੋਲ, ਕਿਉਂਕਿ ਜਿਹੜੇ ਹੁਣੇ ਸਾਡੇ ਨਾਲ ਦਰਸ਼ਕ ਜੁੜੇ ਨੇ ਉਹਨਾਂ ਤੱਕ ਅਸੀਂ ਜਾਣਕਾਰੀ ਪੁਖਤਾ ਪਹੁੰਚਾਈਏ, ਕਿਉਂਕਿ ਇਹ ਵੀ ਜਾਣਕਾਰੀ ਤੁਸੀਂ ਦੇ ਰਹੇ ਹੋ ਕਿ ਮੁੱਖ ਮੰਤਰੀ ਅਸਤੀਫਾ ਮਨਜ਼ੂਰ ਵੀ ਕਰ ਚੁੱਕੇ ਨੇ। ਪੰਕਜ ਬਿਲਕੁਲ, ਇੱਕ ਹੋਰ ਅਹਿਮ ਜਾਣਕਾਰੀ ਹੈ ਕਿ ਇੱਕ ਨਵੇਂ ਚਿਹਰੇ ਦੀ ਐਂਟਰੀ ਜਿਹੜੀ ਉਹ ਕੈਬਨਿਟ ਦੇ ਵਿੱਚ ਹੋਣ ਜਾ ਰਹੀ ਹੈ। ਸ਼ਾਮ 4-5 ਵਜੇ ਦੇ ਕਰੀਬ ਰਾਜਪਾਲ ਭਵਨ ਦੇ ਵਿੱਚ ਓਥ ਜਿਹੜੀ ਹੈ ਉਹ ਲਿੱਤੀ ਜਾਏਗੀ। ਨਵੇਂ ਮੰਤਰੀ ਦੇ ਵੱਲੋਂ ਇੱਕ ਨਵੇਂ ਵਿਧਾਇਕ ਦੀ ਲੋਟਰੀ ਜਿਹੜੀ ਉਹ ਨਿਕਲਣ ਵਾਲੀ ਹੈ। 3 ਵਿਧਾਇਕਾਂ ਨੂੰ ਲੱਗ ਰਿਹਾ ਕਿ ਉਹਨਾਂ ਦਾ ਨੰਬਰ ਆ ਸਕਦਾ ਹੈ। ਨਿਊਜ਼ 18 ਕੋਲ ਵੀ ਉਸ ਚਿਹਰੇ ਦੀ ਜਾਣਕਾਰੀ ਹੈ। ਹਾਲਾਂਕਿ ਅਜੇ ਜਦੋਂ ਤੱਕ ਆਫੀਸ਼ੀਅਲ ਤੌਰ ਤੇ ਜਿਹੜੀ ਉਹ ਜਾਣਕਾਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਉਹ ਨਾਮ ਨਹੀਂ ਦੱਸਾਂਗੇ। ਅਗਲੇ 1-1.5 ਘੰਟੇ 'ਚੋਂ ਨਾਮ ਵੀ ਦੱਸ ਦਾਂਗੇ ਕਿ ਕਿਹੜਾ ਨਵਾਂ ਕੈਬਨਿਟ ਦੇ ਵਿੱਚ ਚਿਹਰਾ ਜਿਹੜਾ ਹੈ ਉਹ ਆਉਣ ਜਾ ਰਿਹਾ। ਅੱਜ ਸ਼ਾਮ 4-5 ਵਜੇ ਦੇ ਕਰੀਬ ਉਹ ਜਿਹੜੀ ਉਹ ਲਿੱਤੀ ਜਾਏਗੀ। ਲੇਕਿਨ ਇਸ ਦੇ ਨਾਲ ਇੱਕ ਹੋਰ ਜਿਹੜੀ ਗਗਨ ਜਾਣਕਾਰੀ ਦਰਸ਼ਕਾਂ ਨੂੰ ਦੇ ਦਈਏ ਕਿ ਪੋਰਟਫੋਲੀਓ ਬਦਲੇ ਜਾਣਗੇ। ਇਹ ਮੌਜੂਦਾ ਕੈਬਨਿਟ ਦੇ ਵਿੱਚ ਜਿਹੜੇ ਮੰਤਰੀ ਨੇ ਉਹਨਾਂ ਦੇ ਪੋਰਟਫੋਲੀਓ ਵੀ ਬਦਲੇ ਜਾਣਗੇ। ਇਹ ਕਿਹੜਾ ਪੋਰਟਫੋਲੀਓ ਕਿਸੇ ਕੋਲ ਆਏਗਾ, ਕਿਸ ਦੀ ਪੋਰਟਫੋਲੀਓ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ, ਇਹ ਵੀ ਅਗਲੇ ਕੁਝ ਹੀ ਮਿੰਟ ਦੇ ਵਿੱਚ ਨਿਊਜ਼ 18 ਜਾਣਕਾਰੀ ਦੇਗਾ। ਅਗਰ ਇਸ ਵੇਲੇ ਦੇਖਿਆ ਜਾਵੇ, ਸਿਨੈਰੀਓ ਦੇਖਿਆ ਜਾਵੇ, ਪਹਿਲੇ ਨੰਬਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ, ਉਹਨਾਂ ਦੇ ਕੋਲ ਕਈ ਸਾਰੇ ਮਹਿਕਮੇ ਨੇ। ਦੂਜੇ ਨੰਬਰ ਤੇ ਹਰਪਾਲ ਸਿੰਘ ਚੀਮਾ ਆਉਂਦੇ ਨੇ, ਦੇਸ਼ ਦੇ ਖਜ਼ਾਨੇ ਦੀ ਚਾਬੀ ਉਹਨਾਂ ਕੋਲ ਹੈ। ਐਕਸਾਈਜ਼ ਡਿਪਾਰਟਮੈਂਟ ਉਹਨਾਂ ਦੇ ਕੋਲ ਹੈ। ਚੇਤਨ ਸਿੰਘ ਜੋੜਾ ਮਾਜਰਾ ਉਹ ਵੀ ਸੁਰਖੀਆਂ 'ਚ ਰਹੇ ਨੇ। ਸਿਹਤ ਮਹਿਕਮਾ ਉਹਨਾਂ ਦੇ ਕੋਲ ਹੈ। ਹਰਜੋਤ ਸਿੰਘ ਬੈਂਸ ਜਿਹੜੇ ਪੁਰਾਣੇ ਚਿਹਰੇ ਨੇ, ਬਹੁਤ ਲਗਾਤਾਰ ਚਰਚਾ ਦੇ ਵਿੱਚ ਨੇ ਸਕੂਲਾਂ ਨੂੰ ਲੈ ਕੇ ਕਿ ਕਿਵੇਂ ਕਾਇਆ ਪਲਟ ਕੀਤਾ ਜਾ ਰਿਹਾ। ਉਹਨਾਂ ਕੋਲ ਜਿਹੜਾ ਮਾਈਨਿੰਗ ਦਾ ਮਹਿਕਮਾ ਵੀ ਹੈ, ਇਸ ਦੇ ਨਾਲ ਜੇਲ੍ਹ ਮਹਿਕਮਾ ਵੀ ਹੈ। ਤਾਂ ਕਈ ਸਾਰੇ ਪੋਰਟਫੋਲੀਓ ਵੀ ਬਦਲੇ ਜਾਣਗੇ। ਉਹ ਜਿਵੇਂ ਹੀ ਜਾਣਕਾਰੀ ਪੁਖਤਾ ਤੌਰ ਤੇ ਜਾਣਕਾਰੀ ਮਿਲੇਗੀ ਕਿ ਕਿਸ ਦਾ ਪੋਰਟਫੋਲੀਓ ਕਿਸ ਦੇ ਕੋਲ ਜਾ ਰਿਹਾ ਹੈ, ਕਿਹੜਾ ਨਵਾਂ ਪੋਰਟਫੋਲੀਓ ਕਿਸ ਦੇ ਕੋਲ ਆ ਰਿਹਾ ਹੈ, ਉਹ ਵੀ ਜਾਣਕਾਰੀ ਸਭ ਤੋਂ ਪਹਿਲਾਂ ਨਿਊਜ਼ 18 ਦਰਸ਼ਕਾਂ ਦੇ ਨਾਲ ਸਾਂਝੀ ਕਰੇਗਾ। ਕਿਉਂਕਿ 12 ਵਜੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਨਿਊਜ਼ 18 ਨੇ ਦਰਸ਼ਕਾਂ ਨੂੰ ਦਿੱਤੀ ਸੀਗੀ। ਬਿਲਕੁਲ ਪੰਕਜ, ਇਸ ਤੇ ਵਾਪਸ ਆਵਾਂਗੇ, ਇਸੇ ਤੇ ਵਾਪਸ ਆਵਾਂਗੇ, ਪਰ ਪਹਿਲਾਂ ਸਰਾਰੀ ਦੀ ਗੱਲ ਕਰਦੇ ਹਾਂ। ਸਰਾਰੀ ਦਾ ਜਿਹੜਾ ਆਡੀਓ ਕਲਿੱਪ ਵਾਇਰਲ ਹੋਇਆ ਸੀ, ਜਿਸ ਨੂੰ ਬੇਸ ਬਣਾ ਕੇ ਵਿਰੋਧੀ ਧਿਰਾਂ ਨੇ ਵੀ ਮੋਰਚਾ ਜਿਹੜਾ ਹੈਗਾ ਖੋਲ ਦਿੱਤਾ ਸੀ ਔਰ ਸਰਕਾਰ ਨੂੰ ਇੱਕ ਚੈਲੰਜ ਕੀਤਾ ਜਾ ਰਿਹਾ ਸੀ ਵਾਰ-ਵਾਰ। ਹਾਲਾਂਕਿ ਆਪਣੇ ਆਪ ਵਿੱਚ ਐਗਜ਼ਾਮਪਲ ਸੈੱਟ ਕੀਤਾ ਹੈ ਸਰਕਾਰ ਨੇ ਕਿ ਜੇਕਰ ਆਪਣਾ ਵੀ ਹੋਇਆ ਤਾਂ 1 ਸਾਲ ਦੇ ਅੰਦਰ ਅਸੀਂ 2 ਮੰਤਰੀਆਂ ਨੂੰ ਵੀ ਝਟਕਾ ਸਕਦੇ ਹਾਂ, 2 ਮੰਤਰੀਆਂ ਨੂੰ ਹਟਾ ਸਕਦੇ ਹਾਂ। ਉਹ ਮਾਮਲਾ ਕੀ ਸੀਗਾ? ਆਡੀਓ ਕਲਿੱਪ ਜਿਹੜਾ ਸਾਹਮਣੇ ਆਇਆ ਸੀਗਾ ਉਸ ਦੇ ਵਿੱਚ ਕੀ ਵਿਵਾਦ ਸੀਗਾ ਜਿਸ ਨੂੰ ਲੈ ਕੇ ਇਹ ਸਿਚੁਏਸ਼ਨ ਪਹੁੰਚਦੀ ਹੈ ਕਿ ਸਰਕਾਰ ਜਿਹੜੀ ਹੈਗੀ ਉਹ ਐਕਸ਼ਨ ਲੈਂਦੇ ਹੋਏ ਆਪਣੇ ਹੀ ਮੰਤਰੀ ਨੂੰ ਕਹਿੰਦੀ ਹੈ ਕਿ ਤੁਸੀਂ ਹੁਣ ਜਾਓ, ਹੋ ਚੁੱਕਿਆ ਹੈ, ਹੁਣ ਅਸੈਪਟੇਬਲ ਨਹੀਂ ਹੈ, ਤੁਹਾਡਾ ਸਿਰਫ ਰਿਜ਼ਾਈਨ ਅਸੈਪਟ ਕੀਤਾ ਜਾ ਸਕਦਾ ਹੈ ਔਰ ਫਿਰ ਸਰਾਰੀ ਅਸਤੀਫਾ ਦਿੰਦੇ ਨੇ। ਪੰਕਜ ਦੇਖੋ, ਤਕਰੀਬਨ 4 ਮਹੀਨੇ ਪਹਿਲਾਂ ਤੁਹਾਨੂੰ ਇੱਕ ਆਡੀਓ ਜਿਹੜੀ ਉਹ ਬੜੀ ਚਰਚਾ ਦੇ ਵਿੱਚ ਆਈ ਸੀਗੀ। ਉਹ ਆਡੀਓ
ਪੀਏ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੌਜਾ ਸਿੰਘ ਕਿਉਂਕਿ ਜਦੋਂ ਸੈਕਿੰਡ ਟਾਈਮ ਜਿਹੜਾ ਕੈਬਨਿਟ ਦਾ ਵਿਸਤਾਰ ਹੋਇਆ ਉਸ ਦੇ ਵਿੱਚ ਉਹਨਾਂ ਨੂੰ ਥਾਂ ਮਿਲੀ ਸੀਗੀ ਫਿਰੋਜ਼ਪੁਰ ਦੇ ਗੁਰੂ ਹਰਸਾਏ ਤੋਂ ਆਉਂਦੇ ਨੇ, ਜਿੱਥੋਂ ਤੁਹਾਨੂੰ ਯਾਦ ਹੋਵੇਗਾ ਰਾਣਾ ਗੁਰਮੀਤ ਸਿੰਘ ਸੋਢੀ ਇੱਕ ਵੱਡਾ ਚਿਹਰਾ ਸੀ। ਉਹ ਜਿਹੜਾ ਵਾ ਬਕਾਇਦਾ ਤੌਰ ਤੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਗੜ ਮੰਨਿਆ ਜਾਂਦਾ ਹੈ ਗੁਰੂ ਹਰਸਾਏ। ਤਾਂ ਫੌਜਾ ਸਿੰਘ ਉਸ ਜਗ੍ਹਾ ਦੇ ਉੱਤੋਂ ਜਿੱਤ ਕੇ ਆਉਂਦੇ ਨੇ। ਫੌਜਾ ਸਿੰਘ ਪੁਲਿਸ ਦੇ ਵਿੱਚ ਲੰਬੇ ਸਮੇਂ ਤੇ ਕੰਮ ਕਰ ਚੁੱਕੇ ਨੇ ਔਰ ਫੌਜਾ ਸਿੰਘ ਦੀ ਜਦੋਂ ਕੈਬਨਿਟ ਦੇ ਵਿੱਚ ਐਂਟਰੀ ਹੁੰਦੀ ਹੈ ਤਾਂ ਇੱਕ ਸਾਰਿਆਂ ਨੂੰ ਸਰਪ੍ਰਾਈਜ਼ ਮਿਲਦਾ ਹੈ ਕਿਉਂਕਿ ਕਈ ਸਾਰੇ ਸੀਨੀਅਰ ਲੀਡਰ ਸੀਗੇ, ਉਹਨਾਂ ਦੀ ਥਾਂ ਦੇ ਉੱਤੇ ਫੌਜਾ ਸਿੰਘ ਨੂੰ ਥਾਂ ਮਿਲਦੀ ਹੈ। ਲੇਕਿਨ ਫੌਜਾ ਸਿੰਘ ਅਗਲੇ 2-3 ਮਹੀਨਿਆਂ ਦੇ ਵਿੱਚ ਹੀ ਸੁਰਖੀਆਂ 'ਚ ਜਾਂ ਵਿਵਾਦਾਂ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਜਦੋਂ ਉਹਨਾਂ ਦੀ ਆਡੀਓ ਕਲਿੱਪ ਆਉਂਦੀ ਹੈ ਪੀਏ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਆ, ਉਸ ਪੀਏ ਤੋਂ ਵੀ ਪਾਰਟੀ ਨੇ ਪੁੱਛਗਿੱਛ ਕੀਤੀ ਸੀਗੀ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਉਸ ਦੇ ਵਿੱਚ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੀ ਇਹ ਪੂਰੀ ਗੱਲਬਾਤ ਹੋ ਰਹੀ ਸੀਗੀ। ਪੈਸੇ ਦਾ ਜ਼ਿਕਰ ਹੋ ਰਿਹਾ ਸੀ, ਹਾਲਾਂਕਿ ਜ਼ਿਆਦਾ ਪੈਸੇ ਨਹੀਂ ਸੀਗੇ, ਲੇਕਿਨ ਇਸ ਬਾਬਤ ਬਹੁਤ ਮੁੱਦਾ ਉੱਠਿਆ। ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਉਸ ਵੇਲੇ ਵੀ ਜਿਹੜਾ ਵਿਰੋਧੀ ਪਾਰਟੀਆਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਔਰ ਮੁੱਖ ਮੰਤਰੀ ਨੂੰ ਵੀ ਜਦੋਂ ਇਸ ਬਾਬਤ ਫਿਰੋਜ਼ਪੁਰ ਦੇ ਵਿੱਚ ਪੁੱਛਿਆ ਗਿਆ ਉਸ ਵੇਲੇ ਜਿਹੜੇ ਨੇ ਫੌਜਾ ਸਿੰਘ ਮੁੱਖ ਮੰਤਰੀ ਦੇ ਬਿਲਕੁਲ ਨਾਲ ਬੈਠੇ ਹੋਏ ਸੀਗੇ ਤਾਂ ਮੁੱਖ ਮੰਤਰੀ ਨੇ ਕਲੀਅਰ ਕਰ ਦਿੱਤਾ ਕਿ ਨੋਟਿਸ ਭੇਜਿਆ ਹੋਇਆ, ਉਸ ਤੋਂ ਬਾਅਦ ਹੀ ਪਿਕਚਰ ਜਿਹੜੀ ਉਹ ਕਲੀਅਰ ਹੋਏਗੀ। ਲੇਕਿਨ 4-5 ਮਹੀਨਿਆਂ ਤੋਂ ਬਾਅਦ ਅਚਾਨਕ ਅੱਜ 12 ਵਜੇ ਦੇ ਕਰੀਬ ਖਬਰ ਨਿਊਜ਼ 18 ਦੇ ਕੋਲ ਪਹੁੰਚਦੀ ਹੈ ਕਿ ਫੌਜਾ ਸਿੰਘ ਅਸਤੀਫਾ ਦੇ ਚੁੱਕੇ ਨੇ। ਬਿਲਕੁਲ, ਸਭ ਤੋਂ ਪਹਿਲਾਂ ਅਸੀਂ ਨਿਊਜ਼ 18 ਤੇ ਹੀ ਇਹ ਖਬਰ ਜਿਹੜੀ ਦਰਸ਼ਕਾਂ ਨੂੰ ਪਹੁੰਚਾਈ ਹੈ। ਪੰਕਜ, रोकना चाहेंगे ब्रेक का एक वेला है, फौरन वापसी भी करांगे थोड़ी देर बाद क्योंकि बहुत बड़ी खबर है और पंकज कपाही ने साढ़े तक सब तो पहला दर्शकों तक जानकारी पहुंचाई है कि इस्तीफा दिता जा चुका है और एक पुख्ता जानकारी है जो असी दर्शकों तक पहुंचाई है। तो फिलहाल जिक्र कर रहे सी पंकज की पैसे थोड़े सी पर पैसे जिन्ने भी होण भ्रष्टाचार ਦਾ ਭ੍ਰਿਸ਼ਟਾਚਾਰ ਹੈ ਔਰ ਕਰਪਸ਼ਨ ਦੇ ਲਈ ਜ਼ੀਰੋ ਟੋਲਰੈਂਸ ਹੈ। ਜੇ ਤੁਸੀਂ 1 ਰੁਪਏ ਦੇ ਕਰਪਸ਼ਨ ਵੀ ਕਰੋਗੇ ਉਹ ਵੀ ਅਸੈਪਟੇਬਲ ਨਹੀਂ ਹੈ। ਸਰਕਾਰ ਨੇ ਸੁਨੇਹਾ ਕਲੀਅਰ ਦਿੱਤਾ ਹੈ।